ਨੂੰ ਇਹ ਨੇ ਜਨਾਬ ਸਾਡੇ ਮੇਰੇ ਬੜੇ ਭਾਈ ਮੇਰੇ ਮੰਡੀ ਅਹਿਮਦਾਬਾਦ ਦੀ ਸ਼ਾਨ, ਕਿਉਂਕਿ ਮੈਂ ਮੰਡੀ ਅਹਿਮਦਾਬਾਦ ਤੋਂ ਤਲਕ ਰੱਖਣਾ ਤੇ ਅੱਜ ਮੈਂ ਪੰਜਾਬੀ ਵਲੋਗ ਵੀ ਇਹਨਾਂ ਦੇ ਕਰਕੇ ਕਰ ਰਿਹਾ ਕਿਉਂਕਿ ਇਹ ਪੰਜਾਬੀ ਸਮਝਦੇ ਤੇ ਪੰਜਾਬੀ ਬੋਲਦੇ ਨੇ, ਕਿਉਂਕਿ ਇਹ ਪੰਜਾਬੀ ਟਿਕਟੋਕਰ ਨੇ ਮਾਸ਼ਾਅੱਲਾ ਤੇ ਸਟੰਟਮੈਨ ਆਇਰਨ ਸਟੰਟਮੈਨ ਦੇ ਨਾਮ ਤੋਂ ਦੇਸੀ ਆਇਰਨ ਮੈਨ ਦੇ ਨਾਮ ਤੋਂ ਜਾਣੇ ਜਾਂਦੇ ਨੇ। ਤੇ ਆਪਾਂ ਹੁਣ ਇਹਨਾਂ ਕੋਲ ਬਾਕੀ ਗੱਲਾਂ ਪੁੱਛਣੇ ਆ। ਜੀ ਮਿਰਜ਼ਾ ਸ਼ੁਏਬ ਬੇਗ ਸਾਹਿਬ, ਕੀ ਹਾਲ ਚਾਲ ਨੇ ਤੁਹਾਡੇ? आज बैठो जी बस बैठ गया जी ना। सुनाओ जी ईद कैसी गुजरी ਤੁਹਾਡੀ? नहीं जी बहुत शुक्रिया जी। ਤੇ ਸੁਣਾਓ ईद कैसी गुजरी? जी तो अलहमदुल्ला बड़ी सोहनी गुजरी है। ते दोस्त सबाब आया काफ़ी सारे तो उन्होंने गपशप लाई वीडियो शूडियो बनाई ते पुशअप लगाते रहे। अच्छा ਤੁਸੀਂ ਤੇ ਡੇਲੀ ਤੇ ਕਿੰਨੇ ਪੁਸ਼ਅਪਸ ਲਾਉਂਦੇ ਜੀ? जी 1000 ला दी है। अच्छा माशाल्लाह जी माशाल्लाह। ਤੇ ਹੋਰ ਸੁਣਾਓ ਕੀ ਹਾਲ ਚਾਲ ਨੇ ਸਭ? बस जी अल्लाह का शुक्र फिर बस खेतीबाड़ी च अपने आए हैं माल मवेशियां दे करदे पए हैं। सही ते इत्थे बैठे हैं अज बत्ती बुत्ती तो है कौन इत्थे बस अपने जेह्ड़ा बाहर ठंडी हवावां ने टाटा बिल्कुल जी बिल्कुल इत्थे बैठे होने हाँ जी। ना इत्थे एसी दी जरूरत है ते ना जी पक्खे दी जरूरत है। आए हो हाँ जी तुहानू क्या लग्या इत्थे मतलब एसी की जरूरत है ते वैसे ही माशाअल्लाह जी जी बिल्कुल एसी ਦੀ ਜ਼ਰੂਰਤ ਹੀ ਨਹੀਂ ਹੈਗੀ ਇੱਥੇ ਬਿਲਕੁਲ ਇੰਨੀ ਠੰਡੀ ਤੇ ਇੰਨੀ ਮਜ਼ੇ ਦੀ ਹਵਾ ਆ ਰਹੀ ਹੈ ਤੇ ਇਹੀ ਸਾਡੇ ਪਿੰਡਾਂ ਦੀ ਜਨਾਬ ਸ਼ਾਨ ਹੈ ਕਿ ਅਸੀਂ ਸਾਨੂੰ ਇੱਥੇ ਨਾ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਨਾ ਅਸੀਂ ਮਸਨੂਈ ਲੋਕਾਂ ਤਰ੍ਹਾਂ ਜੀਨੇ ਆ। ਬਿਲਕੁਲ ਜੀ ਨਾ ਗਰਮੀ ਦਾ ਸਾਹਸ ਹੁੰਦਾ ਇੱਥੇ ਤਾਂ ਸਾਡਾ ਇੱਥੇ ਪੈ ਹੋਈਦਾ ਆਪਣੀ ਟ੍ਰੇਨ ਤੋਂ ਨਹੀਂ ਗਿਆ ਇੱਥੇ ਕਰੀਦੀ ਆ। ਅੱਛਾ ਉਦੋਂ ਬਾਅਦ ਤੇ ਸ਼ਾਮ ਨੂੰ ਦੁੱਧ ਸ਼ੁੱਧ ਚੋ ਕੇ ਘਰ ਨੂੰ ਚਲੇ ਜਾਵੀਦਾ। ਅੱਛਾ ਜੀ। ਤੇ ਸ਼ੁਏਬ ਬੇਗ ਸਾਹਿਬ ਤੁਹਾਡੇ ਮਤਲਬ ਮੈਂ ਜ਼ਿੰਦਗੀ ਦੇ ਬਾਰੇ ਜਾਨਣਾ ਚਾਹਨਾ ਕਿ ਤੁਸੀਂ ਮਤਲਬ ਮਾਸ਼ਾਅੱਲਾ ਇੰਨੀ ਤਰੱਕੀ ਕੀਤੀ ਹੈ, ਇਹ ਕਿਸ ਤਰ੍ਹਾਂ ਤੁਸੀਂ ਮਤਲਬ ਕੀਤਾ ਹੈ ਤੇ ਕਿਵੇਂ ਮਤਲਬ ਇਹ ਹੋਇਆ ਸਭ? ਮੈਂ ਜਦੋਂ 9ਵੀਂ 10ਵੀਂ ਕਲਾਸ 'ਚ ਪੜ੍ਹਦਾ ਸੀ ਤੇ ਮੈਂ ਉਦਾਂ ਹੀ ਮੈਨੂੰ ਸ਼ੌਕ ਹੈਗਾ ਸੀ ਕਿ ਮਿਹਨਤ ਕਰਨ ਦਾ ਕੁਝ ਬਣਨ ਦਾ ਤੇ ਲੇਕਿਨ ਹਾਲਾਤ ਪਿੰਡਾਂ ਵਿੱਚ ਤੋਂ ਵਸਾਇਲ ਦੋਨਾਂ ਦੀ ਕਮੀ ਹੁੰਦੀ ਆ ਲੇਕਿਨ ਮੈਂ ਆਪਣੀ ਮਿਹਨਤ ਕਦੇ ਛੱਡੇ ਨਹੀਂ। ਉਦੋਂ ਉਸੇ 9ਵੀਂ 10ਵੀਂ ਕਲਾਸ ਵਿੱਚ ਹੀ ਆਪਣੇ ਮਿਹਨਤ ਕਰਦਾ ਸਾਂ, ਟ੍ਰੇਨਿੰਗ ਕਰਦਾ ਸਾਂ। ਲੇਕਿਨ ਸੋਚਦਾ ਸਾਂ ਕਦੇ ਵੀ ਇਨਸ਼ਾਅੱਲਾ ਕਦੇ ਕਬੱਡੀ ਦੇ ਮੈਦਾਨਾਂ ਵਿੱਚ ਦੂਸਰੇ ਕੁਸ਼ਤੀ ਦੇ ਮੈਦਾਨਾਂ 'ਚ ਦੇਖਦਾ ਸਾਂ ਕਿ ਯਾਰ ਮੈਂ ਵੀ ਕਦੇ ਜਾਵਾਂ ਤਾਂ ਨਾ ਕਦੇ ਇਹ ਵੱਡੇ ਪਲੇਅਰ ਹੁੰਦੇ ਮੈਂ ਮੇਰਾ ਵੀ ਕਦੇ ਸਲਾਮ ਲਾਵਾਂ ਦੇਣਾ ਲੋਕ ਇਹਨਾਂ ਨਾਲ ਸੈਲਫੀਆਂ ਫੋਟੋ ਲੈਂਦੇ ਸਨ ਤੇ ਮੈਂ ਕਿਹਾ ਯਾਰ ਸਾਡੇ ਨਾਲ ਵੀ ਕਦੇ ਲਾਵਾਂ ਦੇਣਾ। ਬਸ ਬਾਰ-ਬਾਰ ਗਰਾਊਂਡਾਂ 'ਚ ਦੇਖਦੇ ਹੁੰਦੇ ਸਨ ਤੇ ਬਸ ਇੱਦਾਂ ਹੀ ਸ਼ੌਕ ਹੈਗਾ ਸੀ, ਮਿਹਨਤ ਕਰਦਾ ਰਿਹਾ ਤੇ ਉਹ ਕੋਈ ਮੈਚ ਹੋਇਆ ਇੱਕ ਤੇ ਉੱਥੇ ਜਾ ਤੇ ਮੈਂ ਵੀ ਕੱਛਾ ਪਾ ਕੇ ਚਲਾ ਗਿਆ ਵਿੱਚ ਤੇ ਜਦੋਂ ਪਹਿਲੀ ਰੇਡ ਪਈ ਪਹਿਲੀ ਰੇਡ ਦੇ ਪੁਆਇੰਟ ਲਿਆ ਤੇ ਪੈਸੇ ਪੂਸੇ ਮਿਲਿਆ ਤੇ ਮੈਂ ਕਿਹਾ ਯਾਰ ਚਲੋ ਸ਼ੌਕ ਦਾ ਸ਼ੌਕ ਤੇ ਪੈਸੇ ਮਿਲ ਜਾਂਦੇ ਆ। ਬਸ ਇੱਦਾਂ ਹੀ ਸਾਰਾ ਅੱਲਾ ਦੇ ਕਰਮ ਨਵਾਜ਼ੀ ਆ, ਇਹ ਮਿਹਨਤ ਕਰਦੇ ਗਏ ਅਗਾਂਹ ਟੁਰਦੇ ਗਏ। ਬਸ ਦੋਸਤਾਂ ਦੇ ਪਿਆਰ ਮੁਹੱਬਤ ਮਾਂ ਬਾਪ ਦੀ ਦੁਆਵਾਂ ਪਿੱਛੋਂ ਹੁੰਦੀ ਆ ਤੇ ਹੋਰ ਬਸ ਜਿਹੜਾ ਹੈ ਵੀ ਅੱਲਾਹ ਤਾਲਾ ਜਿਹੜਾ ਇਨਸਾਨ ਮਿਹਨਤ ਕਰਦਾ ਉਹਦੇ 'ਤੇ ਕਰਮ ਨਵਾਜ਼ਦਾ ਹੈ ਤੇ ਮਿਹਨਤ ਦਾ ਫਲ ਤਾਂ ਅੱਲਾਹ ਤਾਲਾ ਕਾਫਰਾਂ ਦਾ ਵੀ ਨਹੀਂ ਰੱਖਦਾ, ਉਹਨਾਂ ਨੂੰ ਵੀ ਦੇ ਦਿੰਦਾ, ਆਪਣੀ ਮਿਹਨਤ ਦੇ ਦਿੰਦਾ ਤੇ ਬਸ ਜੀ ਇਹੋ ਹੀ ਆ ਜ਼ਿੰਦਗੀ ਦਾ ਆਪਣੇ ਕੁਝ। ਅੱਛਾ ਤੇ ਸ਼ੁਏਬ ਬੇਗ ਸਾਹਿਬ ਤੁਸੀਂ ਜਿਹੜਾ ਟਿਕਟੋਕ ਤੇ ਕਿਸ ਤਰ੍ਹਾਂ ਆਏ ਜੇ? ਜੀ ਟਿਕਟੋਕ ਤੇ ਮੈਂ ਇੱਥੇ ਇੱਕ ਦੋਸਤ ਮਿਲਿਆ ਯਾਰ ਇੱਥੇ ਮੰਡੀ ਅਹਿਮਦਾਬਾਦ ਦੀ ਦੋਸਤ ਹੈਗਾ ਤਾਂ ਉਹਨੇ ਮੈਨੂੰ ਪਹਿਲੀ ਦਫਾ ਦਿਖਾਈ ਟਿਕਟੋਕ। ਉਹਨੇ ਜੀ ਆਹ ਦੇਖੋ ਜੀ ਇੱਕ ਐਪ ਆਇਆ ਤੇ ਤੈਨੂੰ 1 ਸਾਲ ਕੁ ਹੋਇਆ ਤੇ ਉਹਨਾਂ ਕਿਹਾ ਜੀ ਐਪ ਚੈੱਕ ਕਰੋ ਤੇ ਬੜਾ ਲੋਕਾਂ ਨੂੰ ਫੇਮਸ ਕਰਦਾ ਤੇ ਮੈਂ ਪਹਿਲੀ ਵਾਰ ਦੇਖਿਆ ਉਹਨੇ ਮੈਨੂੰ ਦਿਖਾਇਆ ਤਾਂ ਸਾਰੇ ਉਹ ਨਿਆਣੇ ਆਏ ਸੋਹਣੇ ਮੁੰਡੇ ਆਏ। ਮੈਂ ਕਿਹਾ ਸਾਡੇ ਦੇ ਦਾਲ ਨਹੀਂ ਕਰਨੀ ਦੱਸੇ ਤੁਹਾਡੇ ਨਾ ਕੋਈ ਸੋਹਣੇ ਨਾ ਕੋਈ ਐਡੇ ਕੋਈ ਚੰਗੇ ਤੇ ਸਾਡੇ ਤਾਂ ਹਾਲਾਤ ਹੀ ਉਜੜੇ ਪਏ ਪਾਟੀਆਂ ਸ਼ਰਟਾਂ ਜੁੱਤੀਆਂ ਤੇ ਮੈਂ ਉਹਨਾਂ ਦੇ ਵਨ ਸਵੰਨੇ ਕੱਪੜੇ ਪਾਏ ਹੁੰਦੇ ਆ। ਲੇਕਿਨ ਮੈਨੂੰ ਨਹੀਂ ਪਤਾ ਸੀ ਕਿ ਇੱਥੇ ਸਿਰਫ ਪਾਕਿਸਤਾਨ 'ਚ ਟੈਲੈਂਟ ਦੀ ਕਦਰ ਹੁੰਦੀ ਆ, ਮੁਹੱਬਤ ਦੀ ਕਦਰ ਹੁੰਦੀ ਆ, ਇਹ ਚੀਜ਼ ਨਹੀਂ ਵੇਖਿਆ ਜਾਂਦਾ। ਬਸ ਇਸੇ ਮੈਂ ਕੋਈ ਚੰਦ ਵੀਡੀਓ ਪਾਈਆਂ ਕਬੱਡੀ ਦੀਆਂ ਤੇ ਮੈਂ ਕਬੱਡੀ ਖੇਡ ਕੇ ਆਉਂ ਤੋਂ ਵੀਡੀਓ ਪਾ ਦਿੰਦਾ ਸਾਂ ਤੇ ਐਡੀ ਕੋਈ ਡਿਊਟੀ ਸ਼ੂਟਿੰਗ ਕਰਨ ਦਾ ਵੱਲ ਤਾਂ ਆਉਂਦਾ ਨਹੀਂ ਸੀ। ਛੋਟਾ ਜਿਹਾ ਮੋਬਾਈਲ ਰੱਖ ਕੇ ਸਮਥਿੰਗ ਉੱਥੋਂ ਵੀਡੀਓ ਪਾਈਆਂ ਤੇ ਉੱਥੋਂ ਹੀ ਅੱਲਾ ਨੇ ਕਰਮ ਨਵਾਜ਼ੀ ਪਹਿਲੀ ਵੀਡੀਓ ਵਾਇਰਲ ਹੋ ਗਈ। ਮੈਂ ਸੋਚਿਆ ਹੀ ਨਹੀਂ ਸੀ ਉਹ ਮੈਨੂੰ ਕਹਿੰਦੇ ਆ 10-12 ਲਾਈਕ ਮੈਨੂੰ ਮਿਲੇ ਆ ਤੇ ਉਹ ਬੜੇ ਖੁਸ਼ ਸਨ। ਮੈਂ ਇੰਨੇ ਮੈਨੂੰ ਲਾਈਕ ਮਿਲਿਆ ਉਹ ਸੋਚਣ ਲੱਗ ਪਏ ਕੀ ਚੱਕਰ ਆ। ਫਿਰ ਉਹਨਾਂ ਤੋਂ ਆਖਿਆ ਕਿ ਇਹ ਕਬੱਡੀ ਖੇਡਦੇ ਇਸ ਵਜ੍ਹਾ ਤੋਂ ਫਿਰ ਕਾਫੀ ਵੀਡੀਓ ਸਾਡੀਆਂ ਅੱਗੇ ਚਲੀਆਂ ਗਈਆਂ। ਫਿਰ ਹੋਰ ਮੈਂ ਸਟੰਟ ਕਰਦਾ ਹੁੰਦਾ ਤਾਂ ਸਟੰਟ ਵੀਡੀਓ ਭੇਜੀਆਂ ਫਿਰ ਕਾਫੀ ਪਾਕਿਸਤਾਨ ਲੋਕਾਂ ਨੇ ਬਾਹਰ ਦੇ ਲੋਕਾਂ ਨੇ ਪਸੰਦ ਕੀਤੀਆਂ ਤੇ ਬਸ ਇੱਦਾਂ ਹੀ ਆ ਟਿਕਟੋਕ ਦਾ ਪਤਾ ਚੱਲਿਆ ਫਿਰ। ਅੱਛਾ ਤੇ ਟਿਕਟੋਕ ਤੇ ਹੁਣ ਮਤਲਬ ਟਿਕਟੋਕ ਤੋਂ ਬਾਅਦ ਤੁਹਾਡੀ ਲਾਈਫ 'ਚ ਕੋਈ ਫਰਕ ਪਿਆ ਹੈ ਕਿ ਮਤਲਬ ਹੁਣ ਲੋਕ ਅਕਸਰ ਹੀ ਤੁਹਾਨੂੰ ਬੁਲਾਉਂਦੇ ਕਿ ਮੈਨੂੰ ਮਿਲਣ ਆਇਆ ਹੁੰਦਾ ਤੇ ਮੈਂ ਵੀ ਬੜੀ ਮੁਸ਼ਕਿਲ ਟਾਈਮ ਮਤਲਬ ਲਿਆ ਤੁਹਾਡੇ ਕੋਲੋਂ ਤੇ ਇਸ ਤਰ੍ਹਾਂ ਹੁਣ ਤੁਹਾਨੂੰ ਮਤਲਬ ਕਿਸ ਤਰ੍ਹਾਂ ਤੁਹਾਡੀ ਆਮ ਜ਼ਿੰਦਗੀ ਜਿਵੇਂ ਤੁਸੀਂ ਆਮ ਟਿਕਟੋਕ ਤੋਂ ਪਹਿਲੇ ਸਾਰੀ ਤੁਹਾਡਾ ਦਿਨ ਕਿਵੇਂ ਗੁਜ਼ਰਦਾ ਕਿ ਜਾਂ ਗੁਜ਼ਰਦਾ ਹੈ ਮਤਲਬ ਥੋੜ੍ਹੇ ਜਿਹੇ ਸਟਾਰ ਬਣਨ ਤੋਂ ਬਾਅਦ? ਜੀ ਟਿਕਟੋਕ ਦਾ ਜਦੋਂ ਇਹ ਚੀਜ਼ਾਂ ਸਾਰੀਆਂ ਹੋ ਜਾਂਦਾ ਜਦੋਂ ਬੰਦਾ ਫੇਮਸ ਹੁੰਦਾ ਉਹਦੇ ਕਾਫੀ ਮੁਸ਼ਕਲਾਤ ਵੀ ਆਉਂਦੀਆਂ ਲੇਕਿਨ ਟ੍ਰੇਨਿੰਗ ਵਿੱਚ ਮਿਸਿੰਗ ਹੁੰਦੀ ਆ ਕਿ ਰਾਤਾਂ ਦੇ ਜਾਗਣਾ ਵੀ ਪੈਂਦਾ ਹੈ। ਥੋੜ੍ਹੀ ਜਿਹੀ ਅੱਗੇ ਪਹਿਲਾਂ ਮੈਂ 8-9 ਘੰਟੇ ਸੌਂਦਾ ਸਾਂ, ਹੁਣ ਤਕਰੀਬਨ ਮੈਂ ਖੁਦ ਵੀ ਸੁੱਤਾ ਹੁੰਦਾ ਸਾਂ ਸਾਰਾ ਦਿਨ ਤੇ ਹੁਣ ਉਹ ਨਹੀਂ ਚੱਕਰ ਹੈਗਾ। ਹੁਣ ਐਦੋਂ ਕਾਲ ਆ ਜਾਂਦੀ ਐਦੋਂ ਕੋਈ ਦੋਸਤ ਆ ਗਿਆ ਫਿਰ ਉਹਨਾਂ ਦੀ ਕੋਈ ਚੀਜ਼ ਲਿਆਉਣੀ ਪੈਂਦੀ, ਖਿਦਮਤ ਕਰਨੀ ਪੈਂਦੀ। ਮਹਿਮਾਨ ਨਵਾਜ਼ੀ ਸਾਡੇ ਪੰਜਾਬੀ ਦੀ ਸਕਾਫਤ ਆ ਤੇ ਮਹਿਮਾਨ ਨਵਾਜ਼ੀ ਵੀ ਜ਼ਰੂਰੀ ਹੁੰਦੀ ਆ ਤੇ ਬਸ ਇਸੇ ਤਰੀਕੇ ਸਾਰੇ ਦੋਸਤਾਂ
ਜਿਹੜੇ ਆਉਂਦੇ ਜਾਂਦੇ ਆ, ਲੇਕਿਨ ਟਾਈਮ ਬਹੁਤ ਹੁਣ ਘੱਟ ਮਿਲਦਾ ਹੈ ਤੇ ਮੁਸ਼ਕਲ ਕੋਈ ਹੁਣ ਵੀ ਦੋਸਤ ਕੋਈ ਆ ਰਹੇ ਨੇ, ਡਰਦਾ ਨਹੀਂ ਕੋਈ ਨਾ ਕੋਈ ਆ ਰਹਿੰਦਾ ਹੈ, ਬਸ ਕਾਫੀ ਮੁਸ਼ਕਲਾਤ ਵੀ ਹੁੰਦੀਆਂ ਤੇ ਖੁਸ਼ੀ ਵੀ ਹੁੰਦੀ ਆ ਫਿਰ ਇਸ ਲਈ ਇਹ। ਅੱਛਾ ਜੀ ਸ਼ੁਏਬ ਭਾਈ, ਤੇ ਆਪਾਂ ਹੁਣ ਗੱਲ ਤਾਂ ਦੁਬਾਰਾ ਸਟਾਰਟ ਕਰਨੇ ਆ ਇਸ ਟੌਪਿਕ ਤੋਂ ਕਿ ਦੁਨੀਆ ਸੋਚਦੀ ਹੈ ਕਿ ਜ਼ਿਆਦਾਤਰ ਲੋਕ ਕੁਝ ਕਰ ਨਹੀਂ ਪਾਉਂਦੇ। ਉਹਨਾਂ ਦੀ ਵਜ੍ਹਾ ਪਤਾ ਕੀ ਹੁੰਦੀ ਹੈ? ਲੋਕ ਕਹਿੰਦੇ ਨੇ ਲੋਕ ਕਿਆ ਕਹੇਂਗੇ। ਤੇ ਲੋਕ ਤੁਸੀਂ ਜਦੋਂ ਮਤਲਬ ਹਾਲੇ ਤੱਕ ਇੰਨੇ ਕਾਮਯਾਬ ਨਹੀਂ ਹੋਏ ਸੋ, ਇੰਨੇ ਸਟੰਟਮੈਨ ਤੇ ਇੰਨੇ ਅੱਛੇ ਕਬੱਡੀਮੈਨ ਨਹੀਂ ਬਣੇ ਸੋ, ਤੇ ਉਦੋਂ ਤੁਹਾਡੇ ਬਾਰੇ ਚ ਲੋਕ ਕੀ ਕਹਿੰਦੇ ਸੀ? ਮਤਲਬ ਤੁਹਾਨੂੰ ਇਹ ਡਰ ਰਹਿੰਦਾ ਸੀ ਕਿ ਲੋਕ ਕੀ ਕਹਣਗੇ, ਯਾਰ ਮੈਂ ਕਬੱਡੀ ਕਰਾਂਗਾ, ਮੈਂ ਲੋਕ ਕੀ ਕਹਣਗੇ ਮੈਂ ਸਟੰਟ ਕਰਾਂਗਾ, ਤੇ ਤੁਸੀਂ ਇਸ ਬਾਰੇ ਚ ਕੀ ਖਿਆਲ ਕਹਿੰਦੇ ਹੋ ਆਪਣਾ? ਜੀ ਇਹ ਪਹਿਲੇ ਜਦੋਂ ਮੈਂ ਇੱਥੋਂ ਗਿਆ, ਮੈਂ ਘਰ ਵਾਲੇ ਕੋਲ ਪੈਸੇ ਮੰਗੇ, ਮੈਂ ਕਿ ਜੀ ਮੈਨੂੰ 5-6 ਰੁਪਇਆ ਦੇ ਦਿਓ, ਮੈਂ ਕੋਈ ਸਮਾਨ ਸਮੂਨ ਲੈਣਾ, ਮੈਂ ਸਟੰਟ ਸ਼ੋਅ ਕਰਨਾ। ਤੇ ਮੈਨੂੰ ਇਹਨਾਂ ਅੰਮੀ ਮੇਰੇ ਬਾਪੂ ਹੋਰਾਂ ਪੈਸੇ ਨਾ ਦਿੱਤੇ। ਮੈਂ ਜੀ ਚਲੋ ਜੀ ਕੋਈ ਗੱਲ ਨਹੀਂ, ਮੈਂ ਇੱਥੋਂ ਚਲਾ ਗਿਆ, ਇੱਕ ਕੁੱਕੜੇ ਫੈਕਟਰੀ ਚਲਾ ਗਿਆ, ਇੱਕ ਉੱਥੇ ਜੋਬ ਕੀਤੀ ਆ। ਤੇ 1 ਮਹੀਨੇ ਜਦੋਂ ਤਨਖਾਹ ਆਈ 12,000 ਰੁਪਏ ਤਨਖਾਹ ਮਿਲਿਆ ਨਾ, ਉਹਦੇ ਵਿੱਚ 6,000 ਦਾ ਮੈਂ ਸਮਾਨ ਲੈਣ ਦਾ, ਰੱਸੇ ਲੈਣ ਦਾ, ਉਹ ਚੀਜ਼ ਲੈਣ ਦੇ, ਉਹ ਚੀਜ਼ ਦਾ ਸਾਰਾ ਸਮਾਨ ਮਸੂਨ ਬਣਾਇਆ। ਕੁਝ ਚੀਜ਼ਾਂ ਉੱਥੇ ਗੱਡੀ ਆ ਜੀ, ਉਹ ਘੜ ਹੈਗਾ ਸੀ ਇੱਕ ਪ੍ਰੋਗਰਾਮ ਛੋਟਾ ਜਿਹਾ ਸਟੰਟ ਪ੍ਰੋਗਰਾਮ, ਤੇ ਉੱਥੇ ਬੋਡੀ ਬਿਲਡਿੰਗ ਹੈਗਾ ਸੀ, ਪੋਜ਼ਿੰਗ ਕਰਦੇ ਆ ਜਿਹੜੀ, ਤੇ ਪਹਿਲੀ ਦਫਾ ਮਤਲਬ ਮੇਰਾ ਪ੍ਰੋਗਰਾਮ ਰੱਖਿਆ ਵਿੱਚ। ਹੁਣ ਮੈਂ ਕਿਹਾ ਜੀ ਮੈਂ ਸਟੰਟ ਕਰ ਲੈਣਾ ਇਹ ਵਾਲੇ, ਤੁਸੀਂ ਅਗਰ ਕਹਿੰਦੇ ਤਾਂ ਮੈਂ ਤੁਹਾਡੇ ਪ੍ਰੋਗਰਾਮ 'ਚ ਕਰ ਦੇਵਾਂ। ਤੇ ਉਹਨੇ ਹਾਂਜੀ ਕਰ ਦਿਖਾ ਦਿਓ ਜੀ। ਪਹਿਲੀ ਦਫਾ ਮੈਂ ਦਿਖਾਇਆ ਉਹਨਾਂ ਤੋਂ ਬਾਕੀ ਤੁਸੀਂ ਕਰ ਸਕਦੇ ਹੋ, ਮੈਂ ਹਾਂਜੀ ਕਰ ਸਕਦਾ। ਮੈਂ ਬਾਹਰ ਗੱਡੀ ਗਲੀ ਸੀ, ਮੈਂ ਕਿਹਾ ਜੀ ਇਹ ਤੁਸੀਂ ਮੇਰੇ ਉੱਤੋਂ ਲਗਾਉਣੀ ਹੈ। ਉਹ ਕਹਿੰਦੇ ਯਾਰ ਮਤਲਬ ਕਿੱਦਾਂ, ਇਹ ਨਹੀਂ ਹੋ ਸਕਦਾ। ਮੈਂ ਕਿਹਾ ਜੀ ਬਈ ਉਹਨਾਂ ਸਾਈਨ ਕਰ ਦੇ। ਮੈਂ ਕਿ ਸਾਈਨ ਕਰ ਦੇ, ਅੱਲਾ ਬਈ ਮੇਰੀ ਜ਼ਿੰਮੇਵਾਰੀ, ਮੈਨੂੰ ਕੁਝ ਹੋਇਆ ਮੇਰੀ ਜ਼ਿੰਮੇਵਾਰੀ। ਮੈਂ ਜੋ ਲਗਾਇਆ ਤਾਂ ਪਰੇਸ਼ਾਨ ਹੋ ਗਿਆ। ਫਿਰ ਹੋਰ ਵੀ ਕੋਈ 2-4 ਸਟੰਟ ਕੀਤੇ ਆ ਜਿੱਦਾਂ ਸਿਰ ਨਾਲ ਤੋੜੀਆਂ। ਉਹ ਮੰਨ ਗਿਆ ਵਾਕਈ, ਉਹ ਨਾ ਮੇਰਾ ਸਟੰਟ ਸ਼ੋਅ ਰਾਤਾ। ਉਹਨਾਂ ਕਿਹਾ ਜੀ ਪੋਜ਼ਿੰਗ ਦੇ ਨਾਲ ਐਂਡ 'ਤੇ ਤੇਰਾ ਸ਼ੋਅ ਹੋਊਗਾ। ਤੇ ਮੈਂ ਪੋਜ਼ਿੰਗ ਦੇਖਦਾ ਰਿਹਾ, ਮੁਕਾਬਲੇ ਹੋਏ, ਮੈਂ ਵੇਟ ਕਰਦਾ ਰਿਹਾ। ਮੈਂ ਕਿਹਾ ਜੀ ਮੇਰਾ ਸ਼ੋਅ ਦਾ ਟਾਈਮ ਆਵੇ ਤਾਂ ਐਂਡ 'ਤੇ ਹੈਗਾ ਸਾਰਾ, ਐਂਡ 'ਤੇ ਨਵਾਂ ਹੈਗਾ ਸਾ ਮੇਰਾ, ਹੋਰ ਕੋਈ ਜਾਣ ਵਾਲਾ ਵੀ ਉੱਥੇ ਕੋਈ ਨਹੀਂ ਹੈਗਾ ਸੀ। ਤੇ ਮੈਂ ਪ੍ਰੋਗਰਾਮ ਕੀਤਾ ਨਾ ਪਹਿਲੇ ਹੀ, ਤੇ ਐਂਟਰੀ ਮੇਰੇ ਇਸ ਤਰ੍ਹਾਂ ਦੀ ਹੈਗੀ ਸੀ ਕਿ ਮੈਂ 2 ਬੰਦੇ ਇੱਥੇ ਚੁੱਕੇ ਹੋਏ ਸੰਭਾਲੇ ਦੇ, ਚੱਕ ਨਾਲ ਗੱਡੀ ਚੁੱਕੀ ਹੋਈ ਸੀ। ਤੇ ਜਦੋਂ ਆਇਆ ਫਿਰ ਉਹ ਸਾਰੇ ਦੰਗ ਰਹਿ ਗਏ। ਜਦੋਂ ਰਹਿ ਗਿਆ ਇੱਕ ਪੋਜ਼ਿੰਗ ਵਾਲਾ, ਇੱਕ ਆਮ ਇੱਕ ਜੀ ਚੀਜ਼ ਵਿਖਾਣੀ। ਤੇ ਮੈਂ ਉਹ ਜਦੋਂ ਪਹਿਲਾ ਪ੍ਰੋਗਰਾਮ ਕੀਤਾ ਨਾ, ਤੇ ਸਭ ਹੈਰਾਨ ਰਹਿ ਗਏ। ਉਹ ਤੋਂ ਬਾਅਦ ਡੰਡੇ ਤੋੜੇ, ਜਿਸਮ ਤੇ ਮਾਰੇ, ਡੰਡੇ ਮਾਰੇ ਉਹਨਾਂ ਤੋੜੇ, ਇੱਟਾਂ ਤੋੜੀਆਂ, ਤੇ ਕਾਫੀ ਕੁਝ ਕੀਤਾ। ਤੇ ਜਦੋਂ ਵੀਡੀਓ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਕੋਲ ਐਡਾ ਫੇਸਬੁੱਕ ਵੀ ਐਡਾ ਕੋਈ ਮਾਮਲਾ ਨਹੀਂ ਹੈਗਾ ਸੀ। ਮੇਰੇ ਕੋਲ ਤਾਂ ਮੋਬਾਈਲ ਚਾਹੀਦਾ ਨਹੀਂ ਹੈਗਾ ਸੀ, ਮੈਂ ਸਮਸੰਗ ਛੋਟਾ 5,000 ਦਾ ਮੋਬਾਈਲ ਹੈ ਸੀ। ਤੇ ਬਸ ਜਦੋਂ ਵੀਡੀਓ ਪਹੁੰਚ ਗਿਆ ਇੱਥੋਂ ਮੰਡੀਆਂ ਦਾ, ਬਸ ਕਿਸੇ ਦੇਖਿਆ ਲੋਕਾਂ ਦੇ, ਸਾਡੇ ਕੁਝ ਮਿਰਜ਼ਾ ਬਰਾਦਰੀ, ਠੀਕ ਹੈ ਮੈਂ ਐਡੀ ਹਾਈ ਲੈਵਲ ਫੈਮਿਲੀ ਦਾ ਨਹੀਂ ਹੈਗਾ, ਨੋਰਮਲ ਗਰੀਬ ਫੈਮਿਲੀ ਦਾ ਹੈਗਾ। ਇੱਥੋਂ ਸਾਡੇ ਜਿਹੜੇ ਸਰਦਾਰ ਹੁੰਦੇ ਆ, ਸਾਡੇ ਰਿਸ਼ਤੇਦਾਰ ਰਿਲੇਟਿਵ ਜਿਹੜੇ ਹਾਈ ਫੈਮਿਲੀ ਦੇ ਆ, ਉਹਨਾਂ ਬਹੁਤ ਗੱਲਾਂ ਕੀਤੀਆਂ। ਕਹਿੰਦੇ ਆ ਕਿ ਲਓ ਜੀ ਮਤਲਬ ਇਹ ਉਹਨੂੰ ਮਦਾਰੀਆਂ ਵਾਲਾ ਕੰਮ ਫੜ ਲੈਂਦੇ, ਉਹਨੇ ਸਾਡੇ ਨਾਲ ਘੁਟਾਉਂਦਾ ਫਿਰਦਾ, ਇਹ ਉੱਥੇ ਤਮਾਸ਼ੇ ਲਾਉਂਦਾ ਫਿਰਦਾ, ਇੰਜ ਕਰਦਾ ਫਿਰਦਾ। ਮੈਂ ਕਿਹਾ ਯਾਰ ਇਹੋ ਹੀ ਲੋਕ ਜਦੋਂ ਬਾਹਰ ਦੇ ਅੰਗਰੇਜ਼ ਕਰਦੇ ਆ, ਇੰਡੀਆ ਵਾਲੇ ਕਰਦੇ ਆ, ਬਾ ਹੋਰ ਕੰਟਰੀ ਵਾਲੇ ਕਰਦੇ ਆ, ਤੇ ਬੜੇ ਸ਼ੌਕ ਨਾਲ ਦੇਖਦੇ ਆ, ਸਟੰਟ ਦੇਖਦੇ ਆ। ਤੇ ਪਾਕਿਸਤਾਨ ਗੱਲ ਤੇ ਅਸੀਂ ਮਦਾਰੀ ਬਣ ਜਾਂਦੇ ਆ, ਰਿਛਣ ਨਚਾਉਣ ਵਾਲੇ ਬਣ ਜਾਂਦੇ, ਇੱਦਾਂ ਬੜੀਆਂ ਗੱਲਾਂ ਕੀਤੀਆਂ। ਜਦੋਂ ਮੈਂ ਆਇਆ ਤੇ ਕੁਝ ਲੋਕਾਂ ਜਿਹੜੇ ਅੱਛੇ ਲੋਕ ਸਨ, ਚੰਗੇ ਜਿਹਨੂੰ ਸਮਝਦੇ ਸਨ, ਉਹਨਾਂ ਤੋਂ ਬਹੁਤ ਮੇਰਾ ਮਤਲਬ ਵੈਲਕਮ ਕੀਤਾ, ਬਹੁਤ ਮੁਹੱਬਤ ਦੀ ਪਿਆਰ ਤਾਂ ਮੈਨੂੰ ਉਹਨਾਂ ਹੌਸਲਾ ਅਫਜ਼ਾਈ ਦਿੱਤੀ। ਤੇ ਕੁਝ ਆਪਣੇ ਲੋਕਾਂ ਨੇ ਮੈਨੂੰ ਕਾਫੀ ਕੁਝ ਤਨਕੀਦ ਦਾ ਨਿਸ਼ਾਨਾ ਬਣਾਇਆ, ਬੜੀ ਗੱਲਾਂ ਕੀਤੀਆਂ। ਲੇਕਿਨ ਮੈਂ ਕੁਝ ਨਹੀਂ, ਮੈਂ ਉਹਨਾਂ ਤੋਂ ਹਾਰ ਨਹੀਂ ਮੰਨਿਆ। ਮੈਂ ਕਿਹਾ ਇਨਸ਼ਾਅੱਲਾ ਰੱਖੂਗਾ ਜਾਰੀ, ਕੋਈ ਗੱਲ ਨਹੀਂ। ਤੇ ਕਾਫੀ ਸਾਰੇ ਹੁੰਦੇ ਆ ਆਪਣੇ ਰਿਸ਼ਤੇਦਾਰ, ਇਹ ਤਨਕੀਦ ਕਰਦੇ ਹੁੰਦੇ ਆ, ਆਪਣੇ ਪੈਰ ਵੱਟਦੇ ਹੁੰਦੇ ਆ। ਲੇਕਿਨ ਜਦੋਂ ਅੱਲਾ ਵੱਲੋਂ ਲਿਖੀ ਤੇ ਆ ਜਾਵੇ, ਉਹਦਾ ਕੁਝ ਵੀ ਨਹੀਂ ਹੋ ਸਕਦਾ। ਬਸ ਅਲਹਮਦੁਲਿਲਾ ਉਹਦੋਂ ਬਾਅਦ ਮੈਂ ਆਪਣੇ ਕੰਮ ਸਟੰਟ ਕਰਦਾ ਰਿਹਾ, ਜਾਰੀ ਰੱਖਿਆ। ਤੇ ਅੱਲਾਹ ਤਾਲਾ ਨੇ ਮੈਨੂੰ ਬਾਂਹ ਫੜੀ। ਬਾਹਰ ਦੇ ਮੁਲਕਾਂ ਵਿੱਚ ਕਾਲਾਂ ਆਉਣੀਆਂ ਸ਼ੁਰੂ ਹੋਈਆਂ, ਤੇ ਪਾਕਿਸਤਾਨ ਦੇ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤੇ ਇਹ ਵਾਲੇ ਸਟੰਟ। ਤੇ ਮੇਰਾ ਵੀ ਸ਼ੌਕ ਵਧਿਆ ਗਿਆ ਬੜੇ ਰਿਕਾਰਡ ਬਣਾਉਣ ਦਾ। ਜੋ ਮੈਂ ਰਿਕਾਰਡ ਵੇਖਦਾ ਸੀ, ਮੈਂ ਕਿਹਾ ਇਹ ਤੋੜਾ। ਬਸ ਇਸੇ ਤਰੀਕੇ ਹੋਈ ਕਿ ਅੱਲਾਹ ਦੀ ਸ਼ੁਕਰ ਆ, ਸਭ ਕੁਝ ਹੁੰਦਾ ਗਿਆ। ਅੱਛਾ ਜੀ, ਤੇ ਮਿਰਜ਼ਾ ਭਾਈ ਤੁਸੀਂ ਅੱਗੇ ਕੀ ਤੁਹਾਡਾ ਪਲਾਨ ਹੈ? ਅੱਗੇ ਫਿਊਚਰ ਦੇ ਬਾਰੇ ਤੁਸੀਂ ਕੀ ਸੋਚਿਆ ਕਿ ਤੁਸੀਂ ਕੀ ਕਰਨਾ ਹੈ? ਕੀ ਜੀ ਫਿਊਚਰ ਦੇ ਬਾਰੇ ਤਾਂ ਇਹੋ ਹੀ ਹੈ। ਤੇ ਜਿਹੜੀ ਸਾਡੀ ਫੈਮਿਲੀ ਦਾ ਕਾਰੋਬਾਰ ਹੈਗਾ, ਸਾਡਾ ਆਪਣਾ ਜਿਹੜੀ ਖੇਤੀਬਾੜੀ ਆ, ਮਾਲ ਮਵੇਸ਼ੀ ਕਰਦੇ ਆ, ਤੇ ਉਹੀ ਆ। ਤੇ ਕੋਸ਼ਿਸ਼ ਤਾਂ ਬਹੁਤ ਕੀਤੀ ਆ। ਮੈਂ ਤਾਂ ਪੁਲਿਸ ਵਿੱਚ ਹਾਲ ਤੱਕ ਨੈਬ ਕਾਸਤ ਦੀ ਉਹਦੀ ਨੌਕਰੀ ਵਿੱਚ ਵੀ ਤਲਾਸ਼ ਕੀਤੀ ਆ, ਤੇ ਨੌਕਰੀ ਤਾਂ ਕੋਈ ਨਹੀਂ ਮਿਲੀ। ਤੇ ਲੇਕਿਨ ਜਿੱਦਾਂ ਹੋ ਸਕੇ ਅੱਲਾਹ ਤਾਲਾ ਕੋਈ ਅੱਛਾ ਵਸੀਲਾ ਬਣਾਦਾ ਹੈ। ਮੇਰਾ ਤਾਂ ਇਰਾਦਾ ਹੈ ਕਿ ਇਨਸ਼ਾਅੱਲਾ ਇੰਟਰਨੈਸ਼ਨਲ ਕਬੱਡੀ ਮੈਚ ਖੇਡਾਂ, ਇੰਟਰਨੈਸ਼ਨਲ ਪਾਕਿਸਤਾਨ ਦੇ ਨਾਂ ਰੋਸ਼ਨ ਕਰਾਂ, ਤੇ ਮਿਹਨਤ ਕਰਿਆ ਤਾਂ ਕੋਈ ਵੀ ਜੋਬ ਮਿਲ ਗਿਆ, ਠੀਕ ਹੈ, ਮੋਸਟ ਮੈਂ ਕਰਨਾ ਚਾਹਾਂਗਾ। ਲੇਕਿਨ ਹਾਲੇ ਤੱਕ ਇਸ ਤਰ੍ਹਾਂ ਦਾ ਨਹੀਂ, ਲੋਕ ਹੌਸਲਾ ਅਫਜ਼ਾਈ ਕਰਦੇ, ਪਿਆਰ ਮੁਹੱਬਤ ਦਿੰਦੇ ਆ। ਤੇ ਬਸ ਇੱਥੇ ਕਿ ਇਨਸ਼ਾਅੱਲਾ ਇਰਾਦਾ ਹੈ ਅੱਗੇ ਮਜ਼ੀਦ ਕਰਾਂਗੇ ਟ੍ਰੇਨਿੰਗ ਜੀ। ਅੱਛਾ ਜੀ, ਤੁਸੀਂ ਟ੍ਰੇਨਿੰਗ ਦਾ ਨਾਂ ਲਿਆ ਹੈ, ਤੇ ਟ੍ਰੇਨਿੰਗ ਦਾ ਤੁਹਾਡਾ ਕੀ ਹੈਗਾ ਹੈ ਕਿ ਤੁਸੀਂ ਮਤਲਬ ਤੁਸੀਂ ਟ੍ਰੇਨਿੰਗ ਦੇ ਵਿੱਚ ਕੀ ਬਰਦਾਸ਼ਤ ਕੀਤਾ? ਆਪਣੀ ਜਦੋਂ ਤੁਸੀਂ ਟ੍ਰੇਨਿੰਗ ਕਰਦੇ ਸੋ
ਤੁਹਾਨੂੰ ਉਸ ਤਰ੍ਹਾਂ ਮਤਲਬ ਕਿਹੜੀ ਪਰੇਸ਼ਾਨੀਆਂ ਮਤਲਬ ਫੇਸ ਹੁੰਦੀਆਂ ਸਨ ਟ੍ਰੇਨਰ ਦੀਆਂ? ਜਿਹੜਾ ਤਕੜਾ ਬੰਦਾ ਹੋਵੇ ਉਹਦੇ ਵਾਸਤੇ ਕੋਈ ਪਰੇਸ਼ਾਨੀ ਨਹੀਂ ਹੁੰਦੀ, ਜਿਹੜਾ ਮਾੜਾ ਬੰਦਾ ਉਹਦੇ ਵਾਸਤੇ ਸਾਰੇ ਜਿਵੇਂ ਸਾਰਾ ਜਾਗੀ ਉਹਦੇ ਰੁੱਸਿਆ ਹੁੰਦਾ ਹੈ, ਉਹਦੇ ਵਾਸਤੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਪ੍ਰੋਵਾਈਡ ਨਹੀਂ ਹੁੰਦੀ। ਅਤੇ ਰਹੀ ਗੱਲ ਹੈ ਕਿ ਜਿਹੜੇ ਟ੍ਰੇਨਿੰਗ ਦੇ ਨਾਲ ਨਾਲ ਉਹਨੂੰ ਖੁਰਾਕਾਂ ਦੀ ਵੀ ਜ਼ਰੂਰਤ ਹੁੰਦੀ ਆ, ਅਤੇ ਖੁਰਾਕ ਨਾ ਹੋਵੇ ਤਾਂ ਉਦੋਂ ਟ੍ਰੇਨਿੰਗ ਬਹੁਤ ਮਿਸ ਹੁੰਦੀ ਆ। ਅਤੇ ਉਹਦੇ ਵਿੱਚ ਮਾੜਾ ਬੰਦਾ ਫਿਰ ਦੁੱਧ ਵੇਚਣਾ ਵੀ ਹੁੰਦਾ, ਉਹਦਾ ਖਾਣਾ ਪੀਣਾ ਵੀ ਖਾਣਾ ਹੁੰਦਾ, ਟ੍ਰੇਨਿੰਗ ਵੀ ਕਰਨੀ ਹੁੰਦੀ ਆ, ਅਤੇ ਫਿਰ ਬਹੁਤ ਜ਼ਿਆਦਾ ਮੁਸ਼ਕਲਾਂ ਹੁੰਦੀਆਂ ਨੇ। ਅਤੇ ਲੇਕਿਨ ਜਦੋਂ ਜਜ਼ਬਾ ਹੋਵੇ ਵਤਨ ਵਾਸਤੇ ਕੁਝ ਕਰਨ ਦਾ, ਅਤੇ ਉਹ ਕਦੇ ਹਾਰ ਨਹੀਂ ਮੰਨਦਾ। ਮੇਰਾ ਦਿਲ ਸੀ ਮੈਂ ਕਦੇ ਹਾਰ ਨਹੀਂ ਮੰਨਦਾ, ਆਪਣੇ ਜਿਹਦੀ ਖੇਤੀਬਾੜੀ ਕਰਦਾ ਜਦੋਂ ਵੀ ਕੋਈ ਦਿਹਾੜੀ ਮਿਹਨਤ ਹੁੰਦੀ ਸੀ ਉਦੋਂ ਉਹ ਵੀ ਕਰ ਲੈਂਦਾ ਸਾਂ। ਅਤੇ ਮਤਲਬ ਕੋਈ ਐਸਾ ਕਦੇ ਮੈਂ ਮਿਹਨਤ ਨਹੀਂ ਸਮਝਿਆ, ਜਿਸ ਤਰ੍ਹਾਂ ਦਾ ਵੀ ਕੰਮ ਮਿਲਦਾ ਹੁੰਦਾ ਸੀ ਮੈਂ ਕਰ ਲੈਂਦਾ ਸਾਂ। ਅਤੇ ਆਪਣੇ ਸਿਹਤ ਦਾ ਖਿਆਲ ਰੱਖਦਾ ਸਾਂ, ਆਪਣੀ ਜਿਹੜੀ ਰੋਜ਼ਮਰ੍ਹਾ ਰੂਟੀਨ ਐਕਸਰਸਾਈਜ਼ ਇਹ ਰੈਗੂਲਰ ਹੀ ਕਰਦਾ ਹੁੰਦਾ ਸਾਂ। ਮੁਸ਼ਕਲਾਂ ਤਾਂ ਬਹੁਤ ਹੀ ਹੁੰਦੀਆਂ ਨੇ, ਮਾੜੇ ਬੰਦੇ ਵਾਸਤੇ ਤਗੜੇ ਬੰਦੇ ਵਾਸਤੇ ਕੋਈ ਮੁਸ਼ਕਲਾਂ ਨਹੀਂ, ਲੇਕਿਨ ਉਹਨਾਂ ਤੋਂ ਹੱਡ ਆਰਾਮ ਹੁੰਦੇ ਆ, ਜਾਣ ਬੁੱਝ ਕੇ ਮਿਹਨਤ ਨਹੀਂ ਕਰਦੇ ਆ। ਉਹ ਮੈਂ ਸੁਣਿਆ ਵੈਸੇ ਕਿ ਉਹ ਜਿਹੜਾ ਸ਼ੇਰ ਖੁੱਲ੍ਹੇ ਖਾਣ ਦੇ ਆਦੀ ਹੋ ਜਾਵੇ ਨਾ, ਪਿੰਜਰੇ 'ਚ ਰਹਿ ਕੇ ਗੋਸ਼ਤ ਖਾਣ ਦਾ ਆਦੀ ਹੋ ਜਾਵੇ, ਵੇਲੀਆਂ ਖਾਣ ਦੇ, ਉਹ ਕਦੇ ਵੀ ਸ਼ਿਕਾਰ ਕਰਨਾ ਭੁੱਲ ਜਾਂਦਾ ਹੈ। ਅਤੇ ਇਸੇ ਤਰੀਕੇ ਮੈਂ ਵੀ ਕਦੇ ਉਹ ਗਰੀਬ ਬਹਿ ਤੇ ਖਾਣ ਵਾਲਾ ਆਦੀ ਨਹੀਂ ਹੈਗਾ, ਮੈਂ ਵੀ ਆਪਣੀ ਮਿਹਨਤ ਦਾ ਹੱਥ ਨਾਲ ਕਰਕੇ ਖਵਾਉਣ ਦਾ ਆਦੀ ਹਾਂ। ਅਤੇ ਹੁਣ ਅਲਹਮਦੁਲਿਲਾ ਕਾਫੀ ਦੋਸਤ ਆਉਂਦੇ ਆ, ਬਾਹਰੋਂ ਆਉਂਦੇ ਆ, ਚਾਹੇ ਕਦੇ ਕਹਿੰਦੇ ਆ ਜੀ ਸਟੰਟ ਕਰਕੇ ਦਿਖਾ ਦੇ। ਮੈਂ ਕਦੇ ਵੀ ਨਹੀਂ, ਤੁਹਾਨੂੰ ਵੀ ਪਤਾ ਕਿ ਜੱਟ ਦਾ ਅਸੂਲ ਹੁੰਦਾ ਕਿ ਤਲੀ ਨਹੀਂ ਕਰਦਾ ਕਿਸੇ ਆਪਣੀ ਮਿਹਨਤ ਦੇ ਹੱਕ ਲਾਲ ਦੀ ਖਾਂਦੇ। ਤਾਂ ਉਹ ਬੰਦੇ ਆ ਜ਼ਮੀਨ ਦੇ ਸੀਨਾ ਚੀਰ ਕੇ ਰੋਜ਼ੀ ਕੱਢਣ ਵਾਲੇ ਆ, ਅਤੇ ਕਦੇ ਵੀ ਨਹੀਂ ਸੋਚਿਆ, ਅਤੇ ਜੋ ਆਪਣੀ ਖੁਸ਼ੀ ਨਾਲ ਹੁੰਦੇ ਆ ਦੇ ਦਿੰਦੇ ਆ, ਅਸੀਂ ਕਬੂਲ ਕਰਦੇ ਹਾਂ। ਅਤੇ ਅਗਰ ਨਾ ਦੇਣ ਤਾਂ ਇਹ ਨਹੀਂ ਹੈਗਾ ਕਿ ਮੈਨੂੰ ਦਿਓ, ਮੈਂ ਸਾਨੂੰ ਛੋਟਾ ਬਾਲ ਵੀ ਆ ਜਾਵੇ ਉਹ ਵੀ ਕਹਿੰਦਾ ਜੀ ਮੈਂ ਪੁਸ਼ਅਪ ਬੈਕ ਲਗਾਉਣੇ ਜਾਂ ਮੋਟਰਸਾਈਕਲ 'ਚ ਕੋਈ ਜਾਂ ਗੱਡੀ 'ਚ ਕੋਈ ਕਰਕੇ ਦਿਖਾਣੇ, ਕੋਈ ਐਸਾ ਵੈਸਾ ਚੱਕਰ ਨਹੀਂ ਹੈਗਾ ਜੀ। ਅੱਛਾ, ਅਤੇ ਸ਼ੇਵਿਕ ਸਾਹਿਬ ਮੈਂ ਨਾ ਅਕਸਰ ਤੁਹਾਡੀ ਵੀਡੀਓਜ਼ 'ਚ ਵੇਖਿਆ ਹੈ ਕਿ ਜਿਹੜਾ ਤੁਹਾਡੀ ਅੱਛਾ ਜੀ ਮੈਂ ਤਾਂ ਤੁਹਾਡੀ ਨਾ ਅਕਸਰ ਵੀਡੀਓਜ਼ 'ਚ ਇਹ ਵੇਖਿਆ ਹੈ ਕਿ ਤੁਸੀਂ ਨਾ ਪਾਕਿਸਤਾਨ ਦਾ ਮਾਸ਼ਾਅੱਲਾ ਹਰ ਵੀਡੀਓ 'ਚ ਆਪਣਾ ਲਾ ਲੈਂਦੇ ਹੋ, ਜਾਂ ਪਾਕਿਸਤਾਨ ਦਾ ਗਾਣਾ ਲਗਾਉਂਦੇ ਹੋ, ਜਾਂ ਉੱਤੇ ਝੰਡਾ ਲਗਾਉਂਦੇ ਹੋ, ਜਾਂ ਉੱਤੇ ਕੁਝ ਪਾਕਿਸਤਾਨ ਦਾ ਲਿਖ ਕੇ ਲਾਉਂਦੇ। ਅਤੇ ਤੁਹਾਨੂੰ ਪਾਕਿਸਤਾਨ ਨੇ ਵੀ ਕੁਝ ਦਿੱਤਾ, ਮਤਲਬ ਗੌਰਮੈਂਟ ਨੇ ਵੀ ਕਦੀ ਕੁਝ ਸਪੋਰਟ ਦਿੱਤੀ ਕਿ ਨਹੀਂ ਦਿੱਤੀ? ਨਹੀਂ ਜੀ, ਮੈਨੂੰ ਗੌਰਮੈਂਟ ਸਪੋਰਟ ਕਰੇ ਨਾ ਕਰੇ, ਮੇਰਾ ਤਾਂ ਆਪਣਾ ਪਾਕਿਸਤਾਨ ਹੈ, ਮਤਲਬ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਪਿਆਰ ਹੈ, ਮੈਨੂੰ ਪਾਕਿਸਤਾਨ ਨੇ ਬਹੁਤ ਜ਼ਿਆਦਾ ਇੱਜ਼ਤ ਦਿੱਤੀ ਹੈ। ਪਾਕਿਸਤਾਨ ਦੇ ਗਰੀਬ ਲੋਕਾਂ ਨੇ, ਪਾਕਿਸਤਾਨ ਦੇ ਛੋਟੇ ਸਪੋਰਟਰਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ। ਲੇਕਿਨ ਉਹ ਗੌਰਮੈਂਟ ਮਦਦ ਕਰੇ ਨਾ ਕਰੇ, ਲੇਕਿਨ ਮੈਨੂੰ ਜਿਹੜੇ ਲੋਕ ਆ ਉਹ ਬਹੁਤ ਜ਼ਿਆਦਾ ਸਪੋਰਟ ਕਰਦੇ ਆ, ਬਹੁਤ ਜ਼ਿਆਦਾ ਮੈਨੂੰ ਰਿਸਪੈਕਟ ਕਰਦੇ ਆ, ਕਾਲਾਂ ਕਰਦੇ ਆ, ਮੈਨੂੰ ਕਹਿੰਦੇ ਆ। ਲੇਕਿਨ ਮੈਂ ਕਦੇ ਕਿਸੇ ਕੋਲੋਂ ਪੈਸੇ ਨਹੀਂ ਮੰਗੇ, ਕਦੇ ਕਿਸੇ ਕੋਲੋਂ ਮਦਦ ਨਹੀਂ ਲਈ। ਇਹ ਹੋਵੇ ਕਿ ਮੈਂ ਨਹੀਂ ਆਪਣੀ ਮਿਹਨਤ ਦੇ ਹੱਕ ਲਾਲ ਦੀ ਕਰਕੇ ਖਾਣਾ, ਇੰਸ਼ਾਅੱਲਾ ਖਾਂਦੇ ਰਹਾਂਗੇ। ਅਤੇ ਪਾਕਿਸਤਾਨ ਦਾ ਕਿਉਂ ਨਾ ਵੀ ਜਦੋਂ ਰਹਿੰਦੇ ਪਾਕਿਸਤਾਨ 'ਚ ਸੋਨੇ, ਪਾਕਿਸਤਾਨ 'ਚ ਪਾਕਿਸਤਾਨ ਦੀ ਹਵਾ ਖਾਂਦੇ, ਪਾਕਿਸਤਾਨ ਦੀ ਰੋਟੀ ਖਾਂਦੇ ਵੈਸੇ ਵੀ ਸਾਨੂੰ ਵੈਸੇ ਆਪਣਾ ਮੇਰਾ ਤਾਂ ਇਰਾਦਾ ਹੈ ਕਿ ਇੰਸ਼ਾਅੱਲਾ ਪਾਕਿਸਤਾਨ ਦੀ ਧਰਤੀ 'ਤੇ ਜਾਣ ਦੇਣ ਦਾ ਇਰਾਦਾ ਹੈਗਾ ਕਿ ਇੰਸ਼ਾਅੱਲਾ ਇਵੇਂ ਪਾਕਿਸਤਾਨ ਨਾਲ ਪਿਆਰ ਕਰਦੇ ਰਹਿੰਦਾ। ਸਾਡੀ ਫੈਮਿਲੀ ਸਾਰੇ ਜਿੰਨੇ ਵੀ ਲੋਕ ਹੈਗੇ ਆ ਪਾਕਿਸਤਾਨ ਨਾਲ ਸਾਰੇ ਦਿਲੋਂ ਮੁਹੱਬਤ ਕਰਦੇ ਆ, ਅਤੇ ਉਹ ਚਾਹੁੰਦੇ ਰਹਾਂਗੇ ਪਾਕਿਸਤਾਨ ਨੂੰ। ਅਤੇ ਸਾਡਾ ਸੁਪਨਾ ਇੰਸ਼ਾਅੱਲਾ ਕਦੇ ਵੀ ਜ਼ਮੀਨ 'ਤੇ ਆਪਣੀ ਸ਼ਹਾਦਤ ਨੋਸ਼ ਕਰਾਂਗੇ ਪਾਕਿਸਤਾਨ ਵਾਸਤੇ। ਹਾਂਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ। ਅਤੇ ਸ਼ੇਵਿਕ ਸਾਹਿਬ ਤੇ ਤੁਹਾਡਾ ਜਿਹੜਾ ਰਿਕਾਰਡ ਤੋੜਨ ਦਾ, ਤੁਸੀਂ ਜਿਹੜੇ ਇੰਨੇ ਰਿਕਾਰਡ ਤੋੜੇ ਨੇ, ਤੁਹਾਨੂੰ ਇਹਦਾ ਕੁਝ ਫਾਇਦਾ ਵੀ ਹੋਇਆ ਰਿਕਾਰਡ ਤੋੜਨ ਦਾ ਜਾਂ ਕੋਈ ਨਹੀਂ? ਹਾਂਜੀ, ਰਿਕਾਰਡ ਤੋੜਿਆ, ਮੈਨੂੰ ਕੁਝ ਇੰਡੀਆ ਦੇ ਦੋਸਤਾਂ ਨੇ ਕਾਲਾਂ ਕੀਤੀਆਂ ਕਿ ਸਿੱਖ ਹੈਗੇ ਸਨ, ਅਤੇ ਉਹਨਾਂ ਕਿਹਾ ਕਿ ਐਸੇ ਕਿ ਸਾਡੇ ਅਮਨਦੀਪ ਸਿੰਘ ਇੱਥੋਂ ਜੇ ਇਹਨਾਂ ਦੀ ਰਿਕਾਰਡ ਤੋੜਿਆ, 2 ਰਕਸ਼ੇ ਰੋਕੇ ਆ। ਅਤੇ ਮੇਰਾ ਵੀ ਇੰਸ਼ਾਅੱਲਾ ਮੈਂ ਕੁਛ ਹੈਗਾ ਕਿ ਮੈਂ ਪਾਕਿਸਤਾਨੀ ਕਿਸੇ ਤੋਂ ਘੱਟ ਨਹੀਂ ਆ। ਪਾਕਿਸਤਾਨ ਦੀ ਕੌਮ ਐਸੀ ਢੀਠ ਕੌਮ ਆ, ਕਦੇ ਕਿਸੇ ਨੂੰ ਹਾਰ ਨਹੀਂ ਮੰਨਦੀ। ਅਤੇ ਮੇਰਾ ਵੀ ਇਰਾਦਾ ਹੈਗਾ ਸੀ ਮੈਂ ਵੀ ਇੰਸ਼ਾਅੱਲਾ ਉਹ ਰਿਕਾਰਡ ਤੋੜਿਆ ਜਦੋਂ ਕਦੇ ਵੀ ਨਹੀਂ ਤੋੜ ਸਕਦੇ। ਅਤੇ ਮੈਨੂੰ ਬਾਗਰ ਕਿਸੇ ਹੋਰ ਕੰਟਰੀ ਦਾ ਹੋਊ ਜਾਂ ਮਨਦੀਪ ਸਿੰਘ 2 ਰਕਸ਼ੇ ਰੋਕਿਆ, ਉਹਨੂੰ ਫੁੱਲ ਮੀਡੀਆ ਪ੍ਰਮੋਟ ਕਰਦੀ ਆ, ਉਹਨੂੰ ਵਿਖਾਉਂਦੀ ਆ, ਵੱਧ ਚੜ੍ਹ ਕੇ ਵਿਖਾਉਂਦੀ ਆ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰੇ ਉਹਨਾਂ ਦਾ। ਅਤੇ ਉਹ ਲੇਕਿਨ ਉਹ ਕੰਮ ਕਿੰਨੇ ਫੇਕ ਕਰਦਾ ਤੁਸੀਂ ਦੇਖ ਲਿਆ, ਮੇਰੇ ਵੀ ਦੇਖ ਲਿਆ ਜੇ। ਅਤੇ ਲੇਕਿਨ ਫਿਰ ਵੀ ਉਹਨੂੰ ਲੋਕ ਮੀਡੀਆ ਉਹਦੀ ਸਪੋਰਟ ਕਰਦੀ ਹੈ। ਲੇਕਿਨ ਮੇਰੇ ਜੋ ਮੈਂ ਗਾਉਂ ਦਾ ਰਹਿਣ ਵਾਲਾ, ਛੋਟੇ ਪਿੰਡ ਦਾ ਰਹਿਣ ਵਾਲਾ, ਸਪੋਰਟ ਕੀ ਕਰਨੀ ਆ, ਉਹ ਆਉਂਦੇ ਛੇਤੀ ਦਿੱਕਦੇ ਉਹਨਾਂ ਦਾ ਟਾਈਮ ਨਹੀਂ ਮਿਲਦਾ। ਵੇਖਿਆ ਮੈਂ ਕਿ ਆਪਣੇ TV ਚੈਨਲਾਂ 'ਤੇ ਵੱਡੇ ਜਿਹੜੇ ਪੂਰੇ ਮਹੀਨਾ ਡਾਂਸ ਕਰਦੇ ਹੁੰਦੇ ਆ, ਮੁਜਰੇ ਕਰਦੇ ਹੁੰਦੇ ਆ ਥੀਏਟਰਾਂ ਵਿੱਚ, ਉਹਨਾਂ ਜਦ ਸਟੇਜ 'ਤੇ ਬੁਲਾਇਆ ਜਾਂਦਾ। ਅਤੇ ਸਾਡੇ ਰੰਗੇ ਜਿੰਨੇ ਵੀ ਇੱਥੇ ਪਹਿਲਵਾਨ ਨੌਜਵਾਨ ਹੁੰਦੇ ਆ ਜਿਹੜੇ ਮਿਹਨਤ ਕਰਦੇ ਆ ਕਿ ਇਸ ਤਰ੍ਹਾਂ ਦਾ ਪਾਕਿਸਤਾਨ ਨਾਂ ਰੋਸ਼ਨ ਕਰਦੇ, ਉਹਨੂੰ ਕਦੇ ਵੀ ਇਹ ਜਿਹਾ ਸਟੇਜਾਂ ਦੇ ਇਹਨੂੰ ਕੋਈ ਇਨਾਮਾਤ ਨਹੀਂ ਦਿੱਤੇ ਜਾਂਦੇ, ਬਹੁਤ ਦੂਰ ਤੱਕ ਰੱਖਿਆ ਜਾਂਦਾ ਹੈ। ਬਸ ਇਸ ਤਰੀਕੇ ਪਾਕਿਸਤਾਨ ਦੇ ਨੌਜਵਾਨ ਦੇ ਟੈਲੈਂਟ ਦੀ ਬਹੁਤ ਘੱਟ ਕਦਰ ਹੈ। ਲੋਕ ਕਦਰ ਕਰਦੇ ਆ, ਲੇਕਿਨ ਮੀਡੀਆ ਵਾਲੇ ਇਹ ਚੀਜ਼ਾਂ ਵਾਲੇ ਉਹਦੀ ਰਿਸਪੈਕਟ ਬਹੁਤ ਘੱਟ ਕਰਦੇ ਆ। ਅਤੇ ਮੇਰੇ ਤੋਂ ਇਹ ਗੁਜ਼ਾਰਿਸ਼ ਹੋਣਾ ਕਿ ਜਿੰਨੇ ਵੀ ਇਸ ਤਰ੍ਹਾਂ ਲੋਕਾਂ ਨੂੰ, ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾਵੇ, ਇਸ ਤਰ੍ਹਾਂ ਜਿਹੜਾ ਵੀ ਕੋਈ ਵੀ ਪਾਕਿਸਤਾਨ ਟੈਲੈਂਟ ਹੋਵੇ ਜੀ। ਅੱਛਾ ਜੀ ਮਿਸਟਰ ਸ਼ੇਬੇਕ ਸਾਹਿਬ, ਤੇ ਇਸ ਤੋਂ ਇਲਾਵਾ ਜਨਾਬ ਅਜੇ ਦੇਵਗਨ ਦਾ ਬੜਾ ਮਸ਼ਹੂਰ ਗਾਣਾ ਹੈ ਜੀ 16 ਗਲੋਰ ਔਰ 46 ਕੀ ਛਾਤੀ, ਤੇ ਤੁਹਾਡਾ ਡੋਲਾ ਤੇ ਛਾਤੀ ਕਿੰਨੀ ਹੈ?
ਨਹੀਂ ਮੈਂ ਵੈਸੇ ਕਦੇ ਮਿਲਿਆ ਹੀ ਨਹੀਂ, ਕਦੇ ਮੈਂ ਨਾ ਕਦੇ ਮੇਚਿਆ ਨਾ ਕਦੇ ਮਿਲਿਆ। ਪਹਿਲਾਂ ਤਾਂ ਛੋਟੇ ਛੋਟੇ ਲਾਦੇ ਵੀਡੀਓ ਬਣਾਉਂਦਾ ਸੀ। ਕੁਝ ਫੈਮਲੀਆਂ ਨੇ ਕੁਝ ਲੋਕਾਂ ਨੇ ਰਿਕੁਐਸਟ ਕੀਤੀ ਹੈ ਜੀ ਤੁਹਾਡੀ ਵੀਡੀਓ ਸਾਡੀ ਫੈਮਿਲੀ 'ਚ ਦੇਖੀ ਜਾਂਦੀ ਆ, ਮਿਹਰਬਾਨੀ ਕਰਕੇ ਥੋੜੀ ਸ਼ਰਟ ਪਾ ਕੇ ਵੀਡੀਓ ਬਣਾ ਲਿਆ ਕਰੋ, ਬਸ ਤੁਹਾਡੀ ਰਿਕੁਐਸਟ ਹੋਊਗੀ। ਤੇ ਉੱਦਾਂ ਬਾਅਦ ਮੈਂ ਇਹ ਕੋਸ਼ਿਸ਼ ਕਰਨਾ ਕਿ ਮੈਂ ਸ਼ਰਟ ਪਾ ਕੇ ਵੀਡੀਓ ਬਣਾਵਾਂ। ਕੋਈ ਹੋ ਜਾਂਦਾ ਕੋਈ ਜਾਂ ਸ਼ਰਟ ਲਾ ਜਾਂ ਪਾਣੀ ਪੂਣ ਲਾਇਆ ਹੋਵੇ ਜਾਂ ਕਬੱਡੀ ਖੇਡੀ ਹੋਵੇ ਤਾਂ ਸ਼ਰਟ ਉਤਾਰਨੀ ਪੈਂਦੀ ਹੈ। ਤੇ ਲੇਕਿਨ ਮੇਰੀ ਕੋਸ਼ਿਸ਼ ਕਰਨਾ ਕਿ ਹੁਣ ਮੈਂ ਸ਼ਰਟ ਪਾ ਕੇ ਵੀਡੀਓ ਬਣਾਵਾਂ। ਤੇ ਮੈਂ ਵੈਸੇ ਛਾਤੀ ਕੋਣੀ ਵੀ ਨਹੀਂ ਜੀ, ਨਾ ਮੈਂ ਡੋਲਾ ਮਿਲਿਆ ਕਦੇ ਨਹੀਂ, ਲੇਕਿਨ ਮੇਰੇ ਖਿਆਲ ਨਾਲ ਮੈਨੂੰ ਲੱਗਦਾ ਹੈ ਕਿ 16 ਦਾ ਡੋਲਾ ਤਾਂ ਤੁਹਾਡਾ ਹੋਵੇਗਾ ਹੀ। ਪਤਾ ਨਹੀਂ ਜੀ ਤੇ 46 ਦੀ ਛਾਤੀ ਤਾਂ ਮਾਸ਼ਾਅੱਲਾ ਹੋਏਗੀ ਜੀ, ਮਾਸ਼ਾਅੱਲਾ ਜੀ। ਮੈਂ ਨਹੀਂ ਕਦੇ ਮਿਲਿਆ ਹੁੰਦਾ ਤਾਂ ਮੈਂ ਜ਼ਰੂਰ ਦੱਸ ਦਿੰਦਾ। ਹਾਂਜੀ, ਤੇ ਆਡੀਅנס ਖਾਲੀ ਆਵਾਜ਼ ਤੁਹਾਡੀ ਸੁਣ ਕੇ ਤੇ ਮੇਰੀ ਆਵਾਜ਼ ਸੁਣ ਕੇ ਨਾ ਕਮਨ ਘਰੇ ਪਤੀ ਬੰਦਾ ਕੌਣ ਹੈ। ਤੇ ਮੈਂ ਜਨਾਬ ਸ਼ਰਜ਼ੇਬ ਤੇ ਮਿਰਜ਼ਾ ਸਾਹਿਬ ਦਾ ਇੰਟਰਵਿਊ ਲੈ ਰਿਹਾ ਸੀਗਾ, ਤੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਜਨਾਬ ਜਿਹੜੇ ਗੱਲਾਂ ਕੀਤੀਆਂ ਤੁਸੀਂ ਸੁਣ ਲਈਆਂ ਨੇ। ਹੁਣ ਜਨਾਬ ਮਿਰਜ਼ਾ ਸਾਹਿਬ ਦੇ ਬਾਰੇ 'ਚ ਆਪਾਂ ਥੋੜ੍ਹਾ ਜਿਹਾ ਹੋਰ ਜਾਣਾਂਗੇ, ਤੇ ਫਿਲਹਾਲ ਥੋੜ੍ਹਾ ਜਿਹਾ ਅਸੀਂ ਰੈਸਟ ਕਰ ਲਈਏ।